ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨਾ ਸਿਮਰੋ ਅੰਗਦ ਦੋਖ ਨਿਕੰਦਨਾ। ਅਮਰਦਾਸ ਗੁਰ ਹਿਰਦੇ ਧਿਆਵੋ ਹਿਰਦੇ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ। ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਚੌਪਈ। ਕਾਲ ਬਹੁਰ ਕੀਨ ਵਿਚਾਰਾ ਜਗਿ ਪਵਿੱਤ ਦੇਨ ਹਿਤ ਧਾਰਾ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨਾਂ ਦੌਰਾਨ ਹਾਜ਼ਰੀਆਂ ਭਰੇ ਅਤ ਸਤਿਕਾਰਯੋਗ ਸਤਸੰਗੀ ਜਨੋ, ਸਾਹਿਬਾਂ ਨੂੰ ਸੀਸ ਝੁਕਾਉਂਦਿਆਂ ਹੋਇਆਂ ਦੋਵੇਂ ਹੱਥ ਜੋੜ ਕੇ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਜੀ ਦੀ ਅਪਾਰ ਕਿਰਪਾ ਦੇ ਸਦਕਾ ਸਾਨੂੰ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਜਿੱਥੇ ਅਸੀਂ ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਦੇ ਹਾਂ। ਨਾਲ ਹੀ ਨਾਲ ਗੁਰ ਇਤਿਹਾਸ ਤੋਂ ਜਾਣੂ ਹੋਣ ਦਾ ਯਤਨ ਵੀ ਕਰਦੇ ਹਾਂ। ਪਿਛਲੇ ਕੁਝ ਸਮੇਂ ਤੋਂ ਅਸੀਂ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚੋਂ
ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਪੂਰਬ ਰਾਤ ਦੇ 8ਵੇਂ ਅਧਿਆਏ ਦੀ ਕਥਾ ਦਾ ਪ੍ਰਸੰਗ ਜੋ ਅਸੀਂ ਸਰਵਣ ਕੀਤਾ ਸੀ, ਜਿਸ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਉਹਨਾਂ ਦੇ ਪਿਤਾ ਜੀ ਮਹਿਤਾ ਕਾਲੂ ਜੀ ਵਿਦਿਆ ਪ੍ਰਾਪਤੀ ਦੇ ਵਾਸਤੇ ਮੌਲਵੀ ਦੇ ਕੋਲ ਭੇਜਦੇ ਨੇ ਤੇ ਉੱਥੇ ਜਾ ਕੇ ਪਾਤਸ਼ਾਹ ਜੀ ਮੌਲਵੀ ਦੇ ਨਾਲ ਵਿਚਾਰ ਚਰਚਾ ਕਰਦੇ ਨੇ, ਮੌਲਵੀ ਨੂੰ ਉਪਦੇਸ਼ ਸਰਵਣ ਕਰਵਾਉਂਦੇ ਨੇ ਤੇ ਮੌਲਵੀ ਪਾਤਸ਼ਾਹ ਜੀ ਦੇ ਕੋਲੋਂ ਬਚਨ ਸਰਵਣ ਕਰਕੇ ਆਨੰਦ ਮਹਿਸੂਸ ਕਰਦਾ, ਉਸ ਦੇ ਮਨ ਦੇ ਵਿੱਚ ਠਹਿਰਾ ਆ ਜਾਂਦਾ, ਮਨ ਦੇ ਵਿੱਚ ਟਿਕਾ ਆ ਜਾਂਦਾ ਤੇ ਉਸੇ ਦਿਨ ਤੋਂ ਉਹ ਵਾਅਦਾ ਕਰਦਾ ਹੈ ਕਿ ਅੱਜ ਤੋਂ ਮੈਂ ਕੇਵਲ ਤੇ ਕੇਵਲ ਪਰਮਾਤਮਾ ਦੀ ਬੰਦਗੀ ਕਰਾਂਗਾ, ਪਰਮਾਤਮਾ ਦਾ ਸਿਮਰਨ ਹੀ ਕਰਾਂਗਾ, ਪਰਮਾਤਮਾ ਦੇ ਨਾਮ ਦੇ ਨਾਲ ਆਪਣੀ ਸੁਰਤ ਨੂੰ ਜੋੜਾਂਗਾ। ਤੇ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਉਸ ਮੌਲਵੀ ਦੇ ਜੀਵਨ ਦੇ ਵਿੱਚ ਬਹੁਤ ਵੱਡਾ ਬਦਲਾਅ ਆਉਂਦਾ ਹੈ। ਪਿਛਲੇ ਦੀਵਾਨਾਂ ਦੇ ਵਿੱਚ ਅਸੀਂ ਜੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਮੌਲਵੀ ਦੇ ਵਿਚਕਾਰ ਵਿਚਾਰ ਚਰਚਾ ਹੈ, ਉਹ ਪ੍ਰਸੰਗ ਦੀ ਸਮਾਪਤੀ ਕੀਤੀ ਸੀ। ਅੱਜ ਦੇ ਇਸ ਦੀਵਾਨਾਂ ਦੇ ਵਿੱਚ ਜੋ ਖੱਤਰੀ ਦੇ ਧਰਮ ਦੇ ਅਨੁਸਾਰ, ਖੱਤਰੀ ਮਤ ਦੇ ਅਨੁਸਾਰ, ਬ੍ਰਾਹਮਣ ਦੀ ਰੀਤ ਦੇ ਅਨੁਸਾਰ ਜਨੇਊ ਪਹਿਨਣ ਦੀ ਰਸਮ ਹੈ, ਉਸ ਦੇ ਪਰਥਾਏ ਜੋ ਪ੍ਰਸੰਗ ਹੈ ਸੱਚਾ ਜੰਝੂ, ਉਸ ਦੀ ਵਿਚਾਰ ਚਰਚਾ ਅਸੀਂ ਆਰੰਭ ਕਰਾਂਗੇ। ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਨਿਭਾਉਂਦਿਆਂ ਹੋਇਆਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਮ ਦੇ ਨਾਲ ਸੁਰਤ ਨੂੰ ਜੋੜਦਿਆਂ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਚੌਪਈ ਕਾਲੂ ਬਹੁਰੋ ਕੀਨ ਵਿਚਾਰਾ, ਜਗਿ ਪਵਿੱਤ ਦੇਨ ਹਿਤ ਧਾਰਾ। ਹੁਣ ਭਾਈ ਬਾਲਾ ਜੀ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਜਿੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜਨਮ ਪੱਤਰੀ ਦੇ ਵਿੱਚੋਂ ਪਾਤਸ਼ਾਹ ਜੀ ਦੀ ਬਾਲ ਲੀਲਾ ਦਾ ਪ੍ਰਸੰਗ ਸਰਵਣ ਕਰਾਉਂਦੇ ਨੇ। ਹੁਣ ਉਮਰ ਦੇ ਵਿੱਚ ਵਾਧਾ ਹੁੰਦਾ ਜਾਂਦਾ ਤੇ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦਾ ਅਗਲਾ ਪੰਧ ਹੈ, ਅਗਲਾ ਜਿਹੜਾ ਪੱਖ ਹੈ, ਉਸ ਦੀ ਕਥਾ ਜਿਹੜੀ ਨੇ ਉਹ ਸੁਣਾਣਾ ਕਰਦੇ ਨੇ ਕਿ ਆਖਦੇ ਨੇ ਕਾਲੂ ਬਹੁਰ ਕੀਨ ਬੇਚਾਰਾ, ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਮਹਿਤਾ ਕਾਲੂ ਜੀ ਨੇ ਫਿਰ ਆਪਣੇ ਮਨ ਦੇ ਵਿੱਚ ਇਹ ਵਿਚਾਰ ਕੀਤੀ, ਜਗਿਓ ਪਵੀਤ ਦੇਨ ਹਿਤ ਧਾਰਾ। ਜਗਿਓ ਪਵੀਤ ਦਾ ਭਾਵ ਹੁੰਦਾ ਕਿ ਜੰਝੂ। ਪੁਰਾਤਨ ਗ੍ਰੰਥਾਂ ਦੇ ਵਿੱਚ, ਪੁਰਾਤਨ ਸਮਿਆਂ ਦੇ ਵਿੱਚ ਜੰਝੂ ਨੂੰ ਜਗਿਓ ਪਵੀਤ ਵੀ ਕਿਹਾ ਜਾਂਦਾ ਸੀ। ਤੇ ਕਾਲੂ ਜੀ ਨੇ ਆਪਣੇ ਮਨ ਦੇ ਵਿੱਚ, ਹਿਰਦੇ ਦੇ ਵਿੱਚ ਵਿਚਾਰ ਕੀਤੀ ਹੈ ਕਿ ਆਪਣੇ ਪੁੱਤਰ ਨੂੰ ਹੁਣ ਜੋ ਬੇਦੀ ਕੁਲ ਦੀ ਰੀਤ ਹੈ, ਖੱਤਰੀਆਂ ਦਾ ਧਰਮ ਹੈ, ਉਸ ਦੇ ਮੁਤਾਬਕ ਇਹਨਾਂ ਨੂੰ ਜਿਹੜਾ ਹੈ ਜੰਝੂ ਪਹਿਨਾਇਆ ਜਾਵੇ। ਆਮ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ ਜੀ, ਅਸੀਂ ਅੱਜ ਦੇ ਸਮੇਂ ਦੇ ਵਿੱਚ ਜੰਝੂ ਨੂੰ ਜਨੇਊ ਵੀ ਕਹਿ ਦਿੰਦੇ ਹਾਂ। ਜਦੋਂ ਅਸੀਂ ਮਨੂ ਸਮ੍ਰਿਤੀ ਦੇ ਅਨੁਸਾਰ ਇਸ ਹਿੰਦੂ ਮਤ ਦੇ ਹਿੰਦੂ ਇਤਿਹਾਸ ਨੂੰ ਪੜ੍ਹਨ ਦਾ ਯਤਨ ਕਰਾਂਗੇ ਨਾ, ਜਿਸ ਤਰ੍ਹਾਂ ਵਰਨ ਵੰਡ ਹੋਈ ਹੈ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ, 4 ਵਰਨਾਂ ਦੇ ਵਿੱਚ ਇਹ ਮਤ ਜਿਹੜਾ ਹੈ ਵੰਡਿਆ ਹੋਇਆ ਹੈ। ਇਹਨਾਂ 4 ਮਤਾਂ ਦੇ ਵਿੱਚੋਂ 3 ਮਤ ਜਿਹੜੇ ਨੇ, ਬ੍ਰਾਹਮਣ ਹੈ, ਖੱਤਰੀ ਤੇ ਵੈਸ਼, ਇਹਨਾਂ ਤਿੰਨਾਂ ਨੂੰ ਜਨੇਊ ਪਹਿਨਣ ਦਾ ਅਧਿਕਾਰ ਹੈ। ਇਹਨਾਂ ਦੇ ਵਿੱਚੋਂ ਸ਼ੂਦਰ ਤੇ ਕੋਈ ਵੀ ਔਰਤ ਜਨੇਊ ਨਹੀਂ ਪਹਿਨ ਸਕਦੀ। ਨਾ ਹੀ ਸ਼ੂਦਰ ਨੂੰ ਜਨੇਊ ਪਹਿਨਣ ਦਾ ਹੱਕ ਹੈ ਤੇ ਨਾ ਹੀ ਹਿੰਦੂ ਮਤ ਦੇ ਵਿੱਚ ਔਰਤ ਨੂੰ ਜਨੇਊ ਪਹਿਨਣ ਦਾ ਹੱਕ ਹੈ। ਹੋਰ ਤੇ ਹੋਰ ਹਿੰਦੂਆਂ ਦੇ ਘਰ ਦੇ ਵਿੱਚ, ਜਦੋਂ ਬ੍ਰਾਹਮਣ ਦੇ ਘਰ ਦੇ ਵਿੱਚ ਕੋਈ ਬੱਚਾ ਜਨਮ ਲੈਂਦਾ ਹੈ, ਜਦੋਂ ਬੱਚਾ ਮਾਂ ਦੇ ਗਰਭ ਦੇ ਵਿੱਚ ਹੁੰਦਾ ਹੈ, ਉਸ ਸਮੇਂ ਤੋਂ ਲੈ ਕੇ 8 ਸਾਲ ਤੱਕ, 8ਵੇਂ ਸਾਲ ਦੇ ਵਿੱਚ ਜਦੋਂ ਬੱਚਾ ਪ੍ਰਵੇਸ਼ ਕਰਦਾ ਹੈ ਤਾਂ 8ਵੇਂ ਸਾਲ ਬ੍ਰਾਹਮਣ ਦੇ ਬੱਚੇ ਨੂੰ ਜਨੇਊ ਪਹਿਨਾਇਆ ਜਾਂਦਾ। ਜਿਹੜਾ ਬੱਚਾ ਖੱਤਰੀਆਂ ਦੇ ਘਰ ਦੇ ਵਿੱਚ ਜਨਮ ਲੈਂਦਾ ਹੈ
ਜਦੋਂ ਉਸ ਬੱਚੇ ਦੀ ਉਮਰ 11 ਸਾਲਾਂ ਦੀ ਹੋ ਜਾਂਦੀ ਤਾਂ 11ਵੇਂ ਸਾਲ ਦੇ ਵਿੱਚ ਉਸ ਬੱਚੇ ਨੂੰ ਜਨੇਊ ਪਹਿਨਾਇਆ ਜਾਂਦਾ। ਜਿਹੜੇ ਵੈਸ਼ ਨੇ, ਜਿਹੜੇ ਵਪਾਰ ਦੇ ਨਾਲ, ਖਿੱਤੇ ਦੇ ਨਾਲ ਸੰਬੰਧ ਰੱਖਦੇ ਨੇ, ਉਹਨਾਂ ਦੇ ਘਰ ਦੇ ਵਿੱਚ ਜਨਮ ਲੈਣ ਵਾਲੇ ਬੱਚੇ ਨੂੰ 12ਵੇਂ ਸਾਲ ਦੇ ਵਿੱਚ ਜਦੋਂ ਬੱਚਾ 12 ਸਾਲਾਂ ਦਾ ਹੋ ਜਾਂਦਾ ਤਾਂ ਉਸ ਸਮੇਂ ਉਸ ਨੂੰ ਜਨੇਊ ਪਹਿਨਾਇਆ ਜਾਂਦਾ। ਇਹਨਾਂ ਤਿੰਨਾਂ ਕੈਟਾਗਰੀਆਂ ਦੇ, ਤਿੰਨਾਂ ਵਰਨਾਂ ਦੇ ਜਨੇਊ ਪਹਿਨਣ ਦਾ ਤਰੀਕਾ ਜਿੱਥੇ ਵੱਖਰਾ ਹੈ, ਉੱਥੇ ਜਨੇਊ ਵੀ ਵੱਖ-ਵੱਖ ਕਿਸਮ ਦਾ ਪਹਿਨਾਇਆ ਜਾਂਦਾ। ਜਿਵੇਂ ਬ੍ਰਾਹਮਣ ਦੇ ਘਰ ਦੇ ਵਿੱਚ ਜਨਮ ਲੈਣ ਵਾਲੇ ਬੱਚੇ ਨੂੰ ਕਪਾਹ ਦਾ ਜਨੇਊ ਪਹਿਨਾਇਆ ਜਾਂਦਾ, ਇਸੇ ਤਰ੍ਹਾਂ ਜਿਹੜੇ ਖੱਤਰੀਆਂ ਦੇ ਘਰ ਦੇ ਵਿੱਚ ਜਨਮ ਲੈਂਦੇ ਨੇ, ਉਹਨਾਂ ਦੇ ਘਰ ਦੇ ਵਿੱਚ ਜਨਮ ਲੈਣ ਵਾਲੇ ਬੱਚਿਆਂ ਨੂੰ ਸਣ ਦਾ ਜਨੇਊ ਕੱਤ ਕੇ ਪਹਿਨਾਇਆ ਜਾਂਦਾ। ਇਸੇ ਤਰ੍ਹਾਂ ਜਿਹੜੇ ਵੈਸ਼ ਨੇ, ਉਹਨਾਂ ਨੇ ਜਦੋਂ ਜਨੇਊ ਪਹਿਨਣਾ ਹੈ ਤਾਂ ਮੇਂਢੇ ਦੀ ਕਪਾਹ ਭਾਵ ਭੇਡ ਦੀ ਜਿਹੜੀ ਉੱਨ ਹੈ ਨਾ, ਮੇਂਢੇ ਦੀ ਉੱਨ ਦਾ ਕੱਤ ਕੇ ਜਿਹੜਾ ਜਨੇਊ ਹੈ ਉਹਨਾਂ ਨੂੰ ਪਹਿਨਾਇਆ ਜਾਂਦਾ। ਇਹ ਜਨੇਊ ਪਹਿਨਣ ਦੀ ਜਿਹੜੀ ਰਸਮ ਹੈ, ਜਨੇਊ ਪਹਿਨਣ ਦੇ ਨਾਲ ਅਸਲ ਦੇ ਵਿੱਚ ਆਖਦੇ ਨੇ ਕਿ ਧਰਮੀ ਹੋ ਗਿਆ, ਪਰ ਇਹ ਜਨੇਊ ਵੀ ਇਹਨਾਂ ਦੇ ਵਿੱਚ ਵੰਡੀਆਂ ਪਾ ਰਿਹਾ ਵੀ ਕਿਸੇ ਨੂੰ ਬਾਹਮਣ ਦੇ ਅਲੱਗ ਤਰ੍ਹਾਂ ਦਾ, ਖੱਤਰੀ ਦੇ ਅਲੱਗ ਤਰ੍ਹਾਂ ਦਾ ਤੇ ਸ਼ੂਦ ਦੇ ਅਲੱਗ ਤਰ੍ਹਾਂ ਦਾ। ਨਾਲ ਹੀ ਨਾਲ ਇੱਕ ਪੱਖ ਇਹ ਵੀ ਹੈ ਕਿ ਇਹ ਜਿਹੜਾ ਜਨੇਊ ਪਹਿਨਣ ਦਾ ਕਾਰਜ ਹੈ ਨਾ, ਇਹ ਵੀ ਵੱਖ-ਵੱਖ ਰੁੱਤਾਂ ਦੇ ਅਨੁਸਾਰ, ਵੱਖ-ਵੱਖ ਵਰਨਾਂ ਦੇ ਅਨੁਸਾਰ ਕੀਤਾ ਜਾਂਦਾ। ਜਦੋਂ ਬ੍ਰਾਹਮਣ ਨੂੰ ਜਨੇਊ ਪਹਿਨਾਇਆ ਜਾਂਦਾ ਤਾਂ ਆਮ ਤੌਰ ਉੱਤੇ ਬਸੰਤ ਰੁੱਤ ਦੇ ਵਿੱਚ ਬ੍ਰਾਹਮਣ ਨੂੰ ਜਨੇਊ ਧਾਰਨ ਕਰਵਾਇਆ ਜਾਂਦਾ, ਤੇ ਜਿਹੜੇ ਖੱਤਰੀ ਨੇ ਉਹਨਾਂ ਨੂੰ ਗਰਮੀਆਂ ਦੀ ਰੁੱਤ ਦੇ ਵਿੱਚ, ਤੇ ਇਸੇ ਤਰ੍ਹਾਂ ਜਿਹੜੇ ਵੈਸ਼ ਨੇ ਉਹਨਾਂ ਨੂੰ ਸਰਦੀ ਰੁੱਤ ਦੇ ਵਿੱਚ ਜਨੇਊ ਪਹਿਨਣ ਦੀ ਜਿਹੜੀ ਰਸਮ ਹੈ ਉਹ ਨਿਭਾਈ ਜਾਂਦੀ ਹੈ। ਇਸੇ ਤਰ੍ਹਾਂ ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਮਹਿਤਾ ਕਾਲੂ ਜੀ ਆਪਣੇ ਮਨ ਦੇ ਵਿੱਚ ਵਿਚਾਰ ਕਰਦੇ ਨੇ ਕਿ ਇਸ ਪੁੱਤਰ ਨੂੰ, ਇਹਦੀ ਉਮਰ ਹੁਣ ਠੀਕ ਹੋ ਗਈ ਹੈ, ਉਮਰ ਦੇ ਮੁਤਾਬਕ ਜਿਹੜੀ ਇਹ ਰੀਤ ਚੱਲੀ ਆਉਂਦੀ ਹੈ ਨਾ, ਇਸ ਨੂੰ ਜਨੇਊ ਪਹਿਨਾਇਆ ਜਾਵੇ। ਪ੍ਰੋਹਤ ਜੋ ਤਿਹ ਕੋ ਹਰਦਿਆਲਾ, ਸੋ ਬੁਲਾਏ ਲੀਨੋ ਤਤਕਾਲਾ। ਪ੍ਰੋਹਤ ਦਾ ਭਾਵ ਹੁੰਦਾ ਪੰਡਿਤ। ਕਹਿੰਦੇ ਜਿਹੜਾ ਉਸ ਨਗਰ ਦਾ ਪੰਡਿਤ ਸੀ ਨਾ, ਪੰਡਿਤ ਹਰਦਿਆਲ, ਜਿਹਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਬਤ, ਜਨਮ ਦੇ ਬਾਬਤ ਵੀ ਅਨੇਕਾਂ ਭਵਿੱਖਬਾਣੀਆਂ ਕੀਤੀਆਂ ਸੀ ਕਿ ਤੁਹਾਡੇ ਪੁੱਤਰ ਦੇ ਵਿੱਚ ਚੰਗੇ ਗੁਣ ਨੇ, ਸ਼ੁਭ ਲੱਛਣ ਨੇ, ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜਨਮ ਪੱਤਰੀ ਤਿਆਰ ਕੀਤੀ ਸੀ, ਪੰਡਿਤ ਹਰਦਿਆਲ। ਤੇ ਕਹਿੰਦੇ ਪ੍ਰੋਹਤ ਜੋ ਤਿਹ ਕੋ ਹਰਦਿਆਲਾ, ਸੋ ਬੁਲਾਏ ਲੀਨੋ ਤਤਕਾਲਾ, ਕਿ ਛੇਤੀ ਦੇਣਾ ਉਹਨਾਂ ਨੂੰ ਮਹਿਤਾ ਕਾਲੂ ਜੀ ਨੇ ਆਪਣੇ ਘਰ ਦੇ ਵਿੱਚ ਬੁਲਾਇਆ, ਤੇ ਪੰਡਿਤ ਹਰਦਿਆਲ ਮਹਿਤਾ ਕਾਲੂ ਜੀ ਦੇ ਘਰ ਦੇ ਵਿੱਚ ਪਹੁੰਚਦੇ ਨੇ। ਉਰ ਅਬੇਲਾਖਾ ਸਕਲ ਸੁਨਾਈ, ਛਤਰੀ ਰੀਤ ਕਰੋ ਦਵਿਜ ਰਾਈ। ਤੇ ਜੋ ਵੀ ਮਹਿਤਾ ਕਾਲੂ ਜੀ ਦੇ ਮਨ ਦੇ ਵਿੱਚ ਜੋ ਵੀ ਵਿਚਾਰ ਚਰਚਾ ਸੀ ਨਾ, ਉਹ ਸਾਰੀ ਦੀ ਸਾਰੀ ਵਿਚਾਰ ਚਰਚਾ ਮਹਿਤਾ ਕਾਲੂ ਜੀ ਨੇ ਪੰਡਿਤ ਹਰਦਿਆਲ ਨੂੰ ਸੁਣਾਈ। ਛਤਰੀ ਰੀਤ ਕਰੋ ਦਵਿਜ ਰਾਈ, ਇਹ ਛਤਰੀਆਂ ਦੇ ਰਾਜੇ, ਭਾਵ ਹੇ ਬ੍ਰਾਹਮਣ ਜੀ, ਜਿਹੜੀ ਵੀ ਛਤਰੀਆਂ ਦੀ ਰੀਤ ਹੈ ਨਾ, ਉਸ ਨੂੰ ਤੁਸੀਂ ਜਿਹੜੀ ਨਿਭਾਣਾ ਕਰੋ। ਸੁਨ ਕਰ ਬਚ ਅਸ ਦਵਿਜ ਹਰਦਿਆਲੂ, ਕਹਿਓ ਸੋਝ ਸਭ ਆਣ ਵਿਸਾਲੂ। ਤੇ ਉਹ ਸਾਰੇ ਜਦੋਂ ਮਹਿਤਾ ਕਾਲੂ ਜੀ ਦੇ ਕੋਲੋਂ ਬਚਨ ਸੁਣੇ ਕਿ ਅਸੀਂ ਆਪਣੇ ਪੁੱਤਰ ਨੂੰ ਜਨੇਊ ਪਹਿਨਾਉਣ ਦੀ ਜਿਹੜੀ ਰਸਮ ਹੈ, ਜੰਝੂ ਪਹਿਨਣ ਦੀ ਜਿਹੜੀ ਰਸਮ ਹੈ ਨਾ, ਉਸ ਰਸਮ ਦੇ ਵਾਸਤੇ ਤੁਹਾਨੂੰ ਬੁਲਾਇਆ ਹੈ, ਉਸ ਰਸਮ ਦੇ ਵਾਸਤੇ ਵਿਚਾਰ ਚਰਚਾ ਕਰਨ ਦੇ ਲਈ ਤੁਹਾਨੂੰ ਬੁਲਾਇਆ ਹੈ ਕਿ ਮੇਰੇ ਮਨ ਦੀ ਇੱਛਾ ਹੈ ਕਿ ਹੁਣ ਬੱਚੇ ਦੀ ਉਮਰ ਹੋ ਗਈ, ਇਸ ਨੂੰ ਜਨੇਊ ਪਹਿਨਾਇਆ ਜਾਵੇ। ਅਸੀਂ ਜਾਣਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਦੋਂ ਅਸੀਂ ਪਿਛੋਕੜ ਵੱਲ ਝਾਤ ਮਾਰਾਂਗੇ ਤਾਂ ਬੇਦੀ ਕੁਲ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ, ਤਾਂ ਉਹਨਾਂ ਦੇ ਮੁਤਾਬਕ ਬੇਦੀ ਕੁਲ ਜਿਹੜੀ ਹੈ ਖੱਤਰੀਆਂ ਦੇ ਵਿੱਚ ਆਉਂਦੀ ਹੈ। ਤੇ ਭਾਵ ਇੱਥੋਂ ਸਿੱਧਾ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਜੋ ਵੀ ਉਹਨਾਂ ਦੇ ਸਮੇਂ ਦੀ ਵਰਨ ਵੰਡ ਹੈ, ਸਮੇਂ ਦੇ ਅਨੁਸਾਰ ਉਹਨਾਂ ਨੂੰ ਜਨੇਊ ਪਹਿਨਾਇਆ ਜਾਂਦਾ, ਤਾਂ ਇਸ ਦੇ ਮੁਤਾਬਕ ਪਾਤਸ਼ਾਹ ਜੀ ਦੀ ਉਮਰ 11 ਸਾਲ ਬਣਦੀ ਹੋਵੇਗੀ। ਕਿ ਮਹਿਤਾ ਕਾਲੂ ਜੀ ਦੀ ਵਿਚਾਰ ਚਰਚਾ ਸੁਣੀ ਪੰਡਿਤ ਹਰਦਿਆਲ ਨੇ, ਮਨ ਦੇ ਵਿੱਚ ਜਦੋਂ ਦੇਖਿਆ ਸਾਰੀ ਵਿਚਾਰ ਚਰਚਾ ਸੁਣ ਕੇ ਫਿਰ ਉਸ ਪੰਡਿਤ ਨੇ ਆਖਿਆ, ਕਹਿਓ ਸੋਝ। ਸੋਝ ਦਾ ਭਾਵ ਹੁੰਦਾ ਸਮੱਗਰੀ, ਜਿਹੜੀ ਵੀ ਉਸ ਜਨੇਊ ਨੂੰ ਪਹਿਨਾਉਣ ਦੇ ਲਈ ਜਿਹੜੀ ਵੀ ਰਸਨਾ
ਉਹ ਜਿਹੜੀ ਵੀ ਰਸਮ ਅਦਾ ਕਰਨੀ ਹੈ ਉਸ ਦੇ ਵਾਸਤੇ ਜਿਹੜੀ ਜਿਹੜੀ ਸਮੱਗਰੀ ਦੀ ਲੋੜ ਹੈ ਨਾ, ਸਭ ਆਣ ਵਿਸਾਲੂ, ਆਣ ਦਾ ਭਾਵ ਹੁੰਦਾ ਮੰਗਾਓ। ਪੰਡਿਤ ਹਰਦਿਆਲ ਜੀ ਕਹਿੰਦੇ ਨੇ ਵੀ ਉਹ ਸਾਰੀ ਜਿਹੜੀ ਸਮੱਗਰੀ ਹੈ ਜਨੇਊ ਵਾਸਤੇ ਜ਼ਰੂਰੀ ਹੈ ਨਾ, ਉਹ ਸਾਰੀ ਤੁਸੀਂ ਮੰਗਵਾ ਲਓ। ਸ਼ੁਭ ਬਾਸਰ ਸੋ ਦੀਨ ਬਤਾਈ, ਕਰ ਆਰੰਭ ਜਿਉ ਅਦਕ ਵਡਾਈ। ਤੇ ਫਿਰ ਪੰਡਿਤ ਹਰਦਿਆਲ ਜੀ ਨੇ ਆਪਣੀ ਜੋਤਿਸ਼ ਵਿਦਿਆ ਦੇ ਅਨੁਸਾਰ ਚੰਗਾ ਲਗਨ ਦੇਖਿਆ, ਚੰਗਾ ਮਹੂਰਤ ਕੱਢਿਆ, ਤੇ ਮਹੂਰਤ ਕੱਢ ਕੇ ਫਿਰ ਸਾਰਾ ਹੀ ਉਸ ਪਰਿਵਾਰ ਨੂੰ ਦੱਸਿਆ, ਮਹਿਤਾ ਕਾਲੂ ਜੀ ਦੇ ਪਰਿਵਾਰ ਨੂੰ ਦੱਸਿਆ ਕਿ ਇਹ ਦਿਨ ਚੰਗਾ ਹੈ, ਤੇ ਜੇਕਰ ਤੁਸੀਂ ਇਸ ਸ਼ੁਭ ਲਗਨ ਦੇ ਅਨੁਸਾਰ ਸ਼ੁਭ ਮਹੂਰਤ ਵਾਲੇ ਦਿਨ ਸਾਰਾ ਕਾਰਜ ਕਰੋਗੇ ਤਾਂ ਤੁਹਾਨੂੰ ਅਨੇਕਾਂ ਤਰ੍ਹਾਂ ਦੀਆਂ ਵਡਿਆਈਆਂ ਜਿਹੜੀਆਂ ਨੇ ਉਹ ਪ੍ਰਾਪਤ ਹੋਣਗੀਆਂ। ਦਿਜਬਰ ਤੇ ਸੁਣ ਕਰ ਤਬ ਕਾਲੂ, ਸਭ ਸੰਭਾਰਨ ਆਨ ਉਤਾਲੂ। ਦਿਜਬਰ ਦਾ ਭਾਵ ਹੈ ਪੰਡਿਤ, ਤੇ ਪੰਡਿਤ ਜੀ ਦੇ ਸਾਰੇ ਬਚਨ ਸੁਣ ਕੇ ਮਹਿਤਾ ਕਾਲੂ ਜੀ ਨੇ ਸਭ ਸੰਭਾਰਨ, ਸੰਭਾਰਨ ਦਾ ਭਾਵ ਹੈ ਜਿਹੜੀ ਸਮੱਗਰੀ ਉਹਨਾਂ ਨੇ ਮੰਗਾਈ। ਆਨ ਉਤਾਲੂ, ਉਤਾਲੂ ਦਾ ਭਾਵ ਹੈ ਛੇਤੀ। ਪੰਡਿਤ ਹਰਦਿਆਲ ਜੀ ਨੇ ਜੋ ਕੁਝ ਵੀ ਆਖਿਆ ਸੀ ਮਹਿਤਾ ਕਾਲੂ ਜੀ ਨੇ ਆਪਣੀ ਕੰਨਾਂ ਦੇ ਨਾਲ ਸੁਣ ਕੇ ਉਹ ਜੋ ਵੀ ਉਹਨਾਂ ਨੇ ਸਮੱਗਰੀ ਆਖੀ ਸੀ ਉਹ ਸਾਰੀ ਸਮੱਗਰੀ ਕਹਿੰਦੇ ਨੇ ਛੇਤੀ ਦਿਨ ਆਪਣੇ ਘਰ ਦੇ ਵਿੱਚ ਮੰਗਵਾ ਲਈ। ਭੋਜਨ ਹੇਤ ਅੰਨ ਇਕਠਾਈ, ਅਮਿਕ ਕਾਰ ਸ਼ਾਂਗ ਮੰਗਾਈ। ਤੇ ਕਹਿੰਦੇ ਜਿਹੜੀ ਭੋਜਨ ਦੇ ਵਾਸਤੇ ਜੋ ਕੁਝ ਵੀ ਪਕਵਾਨ ਤਿਆਰ ਕਰਨੇ ਸਨ, ਜਿਹੜੀ ਵੀ ਉਹਨਾਂ ਨੂੰ ਰਸਦ ਦੀ ਲੋੜ ਸੀ ਨਾ, ਉਹ ਸਾਰੀ ਰਸਦ ਜਿਹੜੀ ਸੀ ਇੱਕ ਥਾਂ ਦੇ ਉੱਤੇ ਇਕੱਠੀ ਕਰ ਲਈ। ਆਪਣੇ ਘਰ ਦੇ ਵਿੱਚ ਸਾਰੀ ਰਸਦ ਦਾ ਪ੍ਰਬੰਧ ਕਰ ਲਿਆ। ਆਮ ਤੌਰ ਦੇ ਉੱਤੇ ਜਦੋਂ ਇਹ ਪੁਰਾਣੇ ਸਮਿਆਂ ਦੇ ਵਿੱਚ ਜਨੇਊ ਪਹਿਨਣ ਦੀ ਰਸਮ ਕੀਤੀ ਜਾਂਦੀ ਸੀ ਨਾ, ਜਿਵੇਂ ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਵਿਆਹ ਦੇ ਵੇਲੇ ਜੋ ਕੁਝ ਵੀ ਕੀਤਾ ਜਾਂਦਾ, ਵਿਆਹ ਦੇ ਵੇਲੇ ਸਾਰੇ ਰਿਸ਼ਤੇਦਾਰ ਸੱਦੇ ਜਾਂਦੇ ਨੇ, ਸਕੇ ਸੰਬੰਧੀ ਬੁਲਾਏ ਜਾਂਦੇ ਨੇ, ਜੋ ਕੁਝ ਵੀ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਂਦਾ। ਇਸੇ ਤਰ੍ਹਾਂ ਜਦੋਂ ਜਨੇਊ ਪਹਿਨਾਇਆ ਜਾਂਦਾ ਸੀ ਨਾ, ਉਸ ਸਮੇਂ ਵੀ ਸਾਰਾ ਕੁਝ ਇਹ ਕਾਰਜ ਕੀਤੇ ਜਾਂਦੇ ਸਨ। ਕਹਿੰਦੇ ਭੋਜਨ ਹੇਤ ਅੰਨ ਇਕਠਾਈ, ਜਿੰਨੇ ਵੀ ਉਹਨਾਂ ਦੇ ਘਰ ਦੇ ਵਿੱਚ ਰਿਸ਼ਤੇਦਾਰ ਆਣੇ ਸੀ ਸਾਰਿਆਂ ਦੇ ਵਾਸਤੇ ਭੋਜਨ ਦਾ ਪ੍ਰਬੰਧ ਕਰਨ ਦੇ ਲਈ ਰਸਦ ਇਕੱਠੀ ਕੀਤੀ। ਅਮਿਕ ਕਾਰਨ ਸ਼ਾਂਗ ਮੰਗਾਈ, ਅਮਿਕ ਦਾ ਭਾਵ ਹੁੰਦਾ ਮਾਸ ਤੇ ਸ਼ਾਂਗ ਦਾ ਭਾਵ ਹੈ ਬੱਕਰਾ। ਪਾਤਸ਼ਾਹ ਜੀ ਨੇ ਆਪਣੀ ਗੁਰਬਾਣੀ ਦੇ ਵਿੱਚ ਵੀ ਜ਼ਿਕਰ ਕੀਤਾ ਹੈ ਕਿ ਜਦੋਂ ਜਨੇਊ ਪਹਿਨਣ ਦੀ ਰਸਮ ਅਦਾ ਕੀਤੀ ਜਾਂਦੀ ਸੀ ਤਾਂ ਉਸ ਸਮੇਂ ਉਹ ਜਿਹੜਾ ਕੁੱਠਾ ਮਾਸ ਜਿਹੜਾ ਸੀ ਉਹ ਰੀਤ ਜਿਹੜੀ ਸੀ ਪ੍ਰਚਲਿਤ ਸੀ। ਇਸੇ ਖਾਤਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਨੇ ਵੀ ਉਹ ਸਾਰੇ ਆਪਣੀ ਧਰਮ ਦੀ ਜਿਹੜੀ ਵੀ ਉਹਨਾਂ ਦੀ ਕਿਰਤ ਸੀ, ਧਰਮ ਦੇ ਅਨੁਸਾਰ ਜਿਹੜਾ ਪੁਰਾਣੇ ਸਮੇਂ ਤੋਂ ਮਰਿਆਦਾ ਚੱਲੀ ਆ ਰਹੀ, ਜਿਹੜੀ ਪੁਰਾਣੇ ਸਮੇਂ ਤੋਂ ਰਿਵਾਜ ਚੱਲੇ ਆ ਰਹੇ ਨੇ, ਉਸ ਦੇ ਮੁਤਾਬਕ ਕਹਿੰਦੇ ਉਹਨਾਂ ਨੇ ਮਾਸ ਪਕਾਉਣ ਦੀ ਖਾਤਰ ਜਿਹੜਾ ਸੀ ਉੱਥੇ ਬੱਕਰੇ ਦਾ ਵੀ ਪ੍ਰਬੰਧ ਕੀਤਾ ਗਿਆ। ਜੋ ਛਤਰੀ ਕਾਲੂ ਕੇ ਗਿਆਤੀ, ਸਬਨ ਅਮਨ ਤੂੰ ਦੀਨੋ ਖਿਆਤੀ। ਤੇ ਫਿਰ ਕਹਿੰਦੇ ਜਿਹੜੇ ਛਤਰੀ ਕੁਲ ਦੇ ਗਿਆਤੂ ਸਨ, ਭਾਵ ਜਿਹੜੇ ਛਤਰੀ ਕੁਲ ਦੇ ਵਿਦਵਾਨ ਸਨ, ਸਬਨ ਅਮੰਤੂ ਦੀਨੋ ਖਿਆਤੀ ਕੇ ਮਹਿਤਾ ਕਾਲੂ ਜੀ ਨੇ ਉਹਨਾਂ ਛਤਰੀ ਕੁਲ ਦੇ ਜਿਹੜੇ ਛਤਰੀਆਂ ਦੇ ਨਾਲ ਸੰਬੰਧ ਰੱਖਣ ਵਾਲੇ ਵਿਦਵਾਨ ਸਨ, ਨਗਰ ਦੇ ਸਾਰੇ ਲੋਕਾਂ ਨੂੰ ਉਹਨਾਂ ਨੇ ਵਿਦਵਾਨਾਂ ਨੂੰ ਸੱਦਾ ਭੇਜਿਆ, ਉਹਨਾਂ ਨੂੰ ਨਿਉਤਾ ਭੇਜਿਆ। ਔਰ ਜੇ ਨਗਰ ਵਿਪਰ ਬਰ ਰਹੀ, ਬੇਦਨ ਬਿਦ ਕੇ ਬੇਤਾ ਅਹੀ। ਕਹਿੰਦੇ ਜਿਹੜੇ ਨਗਰ ਦੇ ਵਿੱਚ ਹੋਰ ਵੀ ਬ੍ਰਾਹਮਣ ਰਹਿੰਦੇ ਸਨ ਨਾ, ਵਿਪਰ ਦਾ ਭਾਵ ਹੁੰਦਾ ਹੈ ਬ੍ਰਾਹਮਣ। ਔਰ ਜੇ ਨਗਰ ਵਿਪਰ ਬਰ ਰਹੀ, ਜਿਹੜੇ ਨਗਰ ਦੇ ਵਿੱਚ ਤਲਵੰਡੀ ਦੇ ਵਿੱਚ ਜਿੰਨੇ ਵੀ ਬ੍ਰਾਹਮਣ ਰਹਿੰਦੇ ਸਨ ਛਤਰੀਆਂ ਤੋਂ ਇਲਾਵਾ, ਤੇ ਮਹਿਤਾ ਕਾਲੂ ਜੀ ਨੇ ਕਹਿੰਦੇ ਉਹਨਾਂ ਨੂੰ ਵੀ ਸੱਦਾ ਭੇਜਿਆ। ਬੇਦਨ ਬਿਦ ਕੇ ਬੇਤਾ ਅਹੀ, ਜਿਹੜੇ ਬੇਦੀਆਂ ਦੇ ਵਿਦਵਾਨ ਹਨ, ਵੇਦਾਂ ਦੇ ਵਿਦਵਾਨ ਹਨ, ਉਹ ਸਾਰਿਆਂ ਨੂੰ ਉਹਨਾਂ ਨੇ ਸੱਦਾ ਭੇਜਿਆ ਹੈ। ਦਇਓ ਅਮਨ ਤੂੰ ਸਭਨ ਪੁਕਾਰੀ, ਆਏ ਕਾਲੂ ਤਾਮ ਮਜਾਰੀ। ਜਦੋਂ ਫਿਰ ਉਹਨਾਂ ਨੂੰ ਨਿਉਂਦਾ ਭੇਜਿਆ ਗਿਆ ਨਾ, ਮਹਿਤਾ ਕਾਲੂ ਜੀ ਨੇ ਉਹਨਾਂ ਨੂੰ ਸੱਦਾ ਭੇਜਿਆ ਵੀ ਆਓ ਵੀ ਸਾਡੇ ਘਰ ਦੇ ਵਿੱਚ ਇਹ ਕਾਰਜ ਅਸੀਂ ਕਰਨ ਦੇ ਵਾਸਤੇ ਇਕੱਤਰ ਹੋ ਰਹੇ ਹਾਂ, ਇਸ ਕਾਰਜ ਦੇ ਲਈ ਅਸੀਂ ਪ੍ਰੋਗਰਾਮ ਉਲੀਕਿਆ ਹੈ। ਤੇ ਉਹ ਸਾਰਾ ਜਦੋਂ ਉਹਨਾਂ ਨੂੰ ਨਿਉਂਦਾ ਮਿਲਿਆ ਤਾਂ ਸਾਰੇ ਦੇ ਸਾਰੇ ਨਗਰ ਦੇ ਲੋਕ ਜਿਨ੍ਹਾਂ ਨੂੰ ਮਹਿਤਾ ਕਾਲੂ ਜੀ ਦੇ ਘਰ ਦੇ ਵਿੱਚ ਸੱਦਾ ਆਇਆ ਸੀ, ਉਹ ਸਾਰੇ ਹੀ ਸਾਰੇ ਉਹਨਾਂ ਦੇ ਕਾਲੂ ਜੀ ਦੇ ਧਾਮ ਦੇ ਵਿੱਚ, ਉਹਨਾਂ ਦੇ ਘਰ ਦੇ ਵਿੱਚ, ਉਹਨਾਂ ਦੇ ਗ੍ਰਹਿ ਦੇ ਵਿੱਚ ਪਹੁੰਚ ਜਾਂਦੇ ਨੇ।
ਹੁਣ ਮੌਕੇ ਦੇ ਪਟਵਾਰੀ ਨੇ, ਸਰਕਾਰੀ ਦਰਬਾਰੇ ਵੀ ਪੂਰੀ ਪਹੁੰਚ ਹੈ, ਤਾਂ ਸੁਭਾਵਿਕ ਹੀ ਲੋਕ ਜਿਹੜੇ ਇਲਾਕੇ ਦੇ ਲੋਕ ਨੇ, ਚਾਹੇ ਉਹ ਰਾਏ ਗੁਲਾਰ ਵਰਗੇ ਹੋਣ, ਜਿੰਨੇ ਵੀ ਸਰਕਾਰੀ ਦਰਬਾਰੇ ਦੇ ਨਾਲ ਸੰਬੰਧਿਤ ਰੱਖਣ ਵਾਲੇ ਆਗੂ ਨੇ, ਉਹ ਸਾਰੇ ਉੱਥੇ ਮਹਿਤਾ ਕਾਲੂ ਜੀ ਦੇ ਸੱਦੇ ਦੇ ਉੱਤੇ ਉਹਨਾਂ ਦੇ ਘਰ ਦੇ ਵਿੱਚ ਪਹੁੰਚਦੇ ਨੇ। ਗੋਮੈ ਸੋ ਲੇਪਣ ਛਿਤ ਕਰਕੇ ਪੂਰਿਓ ਚੌਂਕ ਹਰ ਖਿਉਰ ਧਰ ਕੇ। ਗੋਮੇ ਦਾ ਭਾਵ ਹੁੰਦਾ ਵੀ ਗੋਬਰ। ਕਹਿੰਦੇ ਗਊ ਦੇ ਗੋਬਰ ਦੇ ਨਾਲ ਉਹ ਚੌਂਕੇ ਦਾ ਜਿਹੜਾ ਸੀ ਉਹ ਸਾਰੀ ਰਸਮ ਸੀ ਗਾਊ ਦੇ ਗੋਬਰ ਦੇ ਨਾਲ, ਗਾਂ ਦੇ ਗੋਹੇ ਦੇ ਨਾਲ ਉਹ ਸਾਰਾ ਹੀ ਉਸ ਨੂੰ ਲਿਪਿਆ ਗਿਆ। ਆਮ ਤੌਰ ਦੇ ਉੱਤੇ ਪੁਰਾਤਨ ਮਰਿਆਦਾ ਦੇ ਅਨੁਸਾਰ ਜਿਹੜੀ ਚੱਲੀ ਆ ਰਹੀ ਨਾ, ਪੁਰਾਣੇ ਜਿਹੜੇ ਉਹਨਾਂ ਦੇ ਰਸਮ ਰਿਵਾਜ ਨੇ, ਉਹਨਾਂ ਦੇ ਅਨੁਸਾਰ ਜਿਹੜੇ ਗਾਂ ਦਾ ਗੋਬਰ ਹੈ ਨਾ, ਉਹਨੂੰ ਪਵਿੱਤਰ ਸਮਝਿਆ ਜਾਂਦਾ ਸੀ। ਜਦੋਂ ਕਿਤੇ ਵੀ ਕੋਈ ਇਹੋ ਜਿਹਾ ਚੰਗਾ ਸ਼ੁਭ ਕਾਰਜ ਕੀਤਾ ਜਾਂਦਾ ਸੀ ਤਾਂ ਆਮ ਤੌਰ ਦੇ ਉੱਤੇ ਚੁੱਲ੍ਹਾ ਚੌਂਕਾ ਜਿੱਥੇ ਹੁੰਦਾ ਸੀ, ਉੱਥੇ ਸਭ ਤੋਂ ਪਹਿਲਾਂ ਉਹ ਗਾਂ ਦੇ ਗੋਹੇ ਦੇ ਨਾਲ ਉਹਨੂੰ ਪੋਚਾ ਲਗਾਇਆ ਜਾਂਦਾ ਸੀ ਤੇ ਸਮਝਿਆ ਜਾਂਦਾ ਸੀ ਵੀ ਇਹ ਚੀਜ਼ ਪਵਿੱਤਰ ਹੋ ਗਈ, ਇਹ ਥਾਂ ਪਵਿੱਤਰ ਹੋ ਗਈ। ਤਾਂ ਕਹਿੰਦੇ ਇਸੇ ਤਰ੍ਹਾਂ ਉਹ ਚੌਂਕ ਪੂਰਿਆ ਗਿਆ, ਉਹਨੂੰ ਪਵਿੱਤਰ ਕੀਤਾ ਗਿਆ, ਗਾਂ ਦੇ ਗੋਹੇ ਦਾ ਲੇਪ ਕਰਕੇ ਉਸ ਨੂੰ ਸੁੱਚਾ ਕੀਤਾ ਗਿਆ। ਆਮ ਪੁਰਾਣੇ ਇਹਨਾਂ ਦੇ ਮਤ ਦੇ ਅਨੁਸਾਰ, ਹਿੰਦੂ ਇਤਿਹਾਸ ਦੇ ਅਨੁਸਾਰ ਇਹ ਵੀ ਮੰਨਿਆ ਜਾਂਦਾ ਹੈ ਕਿ ਉਸ ਥਾਂ ਦੇ ਉੱਤੇ ਜਿੱਥੇ ਪ੍ਰਸ਼ਾਦਾ ਪਾਣੀ ਜਾਂ ਇਹਨਾਂ ਦੀ ਰਸੋਈ ਦਾ ਹੁੰਦਾ ਸੀ, ਉਸ ਥਾਂ ਦੇ ਉੱਤੇ ਆਮ ਤੌਰ ਦੇ ਉੱਤੇ ਚਮੜੇ ਦੀ ਜੁੱਤੀ ਲੈ ਕੇ ਜਾਣ ਨੂੰ ਮਨਾ ਕੀਤਾ ਜਾਂਦਾ ਸੀ। ਮੰਨਣਾ ਹੈ ਕਿ ਉਸ ਥਾਂ ਦੇ ਉੱਤੇ 3 ਦੇਵਤੇ ਜਿਹੜੇ ਨੇ ਉਹ ਵਸਦੇ ਨੇ, ਇਸ ਕਰਕੇ ਇਹ ਸਾਰੀ ਸੁਚਮਤਾ ਦਾ ਖਿਆਲ ਰੱਖਿਆ ਜਾਂਦਾ ਸੀ। ਕਹਿੰਦੇ ਉਹ ਸਾਰਾ ਕੁਝ ਉੱਥੇ ਪ੍ਰਬੰਧ ਕੀਤਾ ਗਿਆ। ਪੂਰਿਓ ਚੌਂਕ ਹਰਖ ਉਰ ਧਰ ਕੇ, ਤੇ ਉਹ ਸਾਰਾ ਚੌਂਕ ਜਿਹੜਾ ਪੂਰਨ ਦੀ ਰਸਮ ਸੀ ਉਹ ਵੀ ਨਿਭਾਈ ਗਈ। ਸ਼੍ਰੀ ਨਾਨਕ ਜੀ ਪੁਨ ਬੁਲਬਾਏ ਦਵਿਜ ਬਾਹਜ ਕੇ ਬੀਚ ਬਿਸਾਏ। ਤੇ ਫਿਰ ਜਦੋਂ ਸਾਰੀ ਰਸਮ ਹੋ ਗਈ, ਬਾਅਦ ਦੇ ਵਿੱਚ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਵੀ ਉੱਥੇ ਬੁਲਾਇਆ ਗਿਆ। ਜਿਹੜੇ ਮੌਕੇ ਦੇ ਨਗਰ ਦੇ ਜਿਹੜੇ ਪੰਡਿਤ ਆਏ ਸਨ, ਖੱਤਰੀ ਧਰਮ ਦੇ ਵੇਦੀ ਆਏ ਸਨ, ਵੇਦਾਂ ਦੇ ਨਾਲ ਸੰਬੰਧਿਤ ਰੱਖਣ ਵਾਲੇ ਜਿਹੜੇ ਵਿਦਵਾਨ ਆਏ ਸਨ, ਉਹਨਾਂ ਸਾਰਿਆਂ ਨੇ ਜਦੋਂ ਦੇਖਿਆ ਵੀ ਸਾਰੀਆਂ ਰਸਮਾਂ ਪੂਰੀਆਂ ਹੋ ਗਈਆਂ ਨੇ, ਫਿਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਉਹਨਾਂ ਨੇ ਆਪਣੇ ਕੋਲ ਬੁਲਾਇਆ ਤੇ ਦਵਿਜ ਬਾਹਜ ਕੇ ਬੀਚ ਵਿਸਾਏ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਖੱਤਰੀਆਂ ਤੇ ਬ੍ਰਾਹਮਣਾਂ ਦੇ ਵਿਚਕਾਰ ਜਾ ਕੇ ਬੈਠ ਜਾਂਦੇ ਨੇ। ਜਿਉ ਉਡਗਣ ਕੀ ਸਭਾ ਮੁਜਾਰਾ ਜਾਵੇ ਪੂਰਨ ਇੰਦ ਉਦਾਰਾ। ਉਡਗਣ ਦਾ ਭਾਵ ਹੈ ਤਾਰੇ, ਕਿ ਜਿਵੇਂ ਕਹਿੰਦੇ ਅਸਮਾਨ ਦੇ ਵਿੱਚ ਤਾਰਿਆਂ ਦੀ ਸਭਾ ਲੱਗੀ ਹੁੰਦੀ ਹੈ ਨਾ, ਤਾਰੇ ਟਿਮਟਮਾਉਂਦੇ ਨੇ, ਤੇ ਉਹਨਾਂ ਤਾਰਿਆਂ ਦੇ ਵਿੱਚ ਜਿਹੜਾ ਪੂਰਨਮਾਸ਼ੀ ਦਾ ਚੰਦਰਮਾ ਹੈ ਉਹ ਸਾਰਾ ਕਹਿੰਦੇ ਸ਼ੋਭਾ ਪਾਉਂਦਾ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਦੇ ਵਿੱਚ ਜਾ ਕੇ ਜਦੋਂ ਬੈਠਦੇ ਨੇ, ਉਹਨਾਂ ਸਾਰੇ ਬ੍ਰਾਹਮਣਾਂ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਵੱਲ ਹੀ ਸਾਰੇ ਆਕਰਸ਼ਿਤ ਹੁੰਦੇ ਨੇ। ਉਹਨਾਂ ਦਾ ਸਰੂਪ ਦੇਖ ਕੇ, ਉਹਨਾਂ ਦੇ ਦਰਸ਼ਨ ਕਰਕੇ ਜਿਹੜੇ ਨਗਰ ਦੇ ਲੋਕ ਆਏ ਨੇ ਉਹ ਸਾਰੇ ਹੀ ਆਨੰਦਿਤ ਹੁੰਦੇ ਨੇ। ਸ਼ੋਭਾ ਸੰਜੁਤ ਤਿਉ ਤਹਿ ਜਾਈ ਵੈਸੇ ਬੀਚ ਸਭਾ ਸੁਖਦਾਈ। ਤੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਉਹਨਾਂ ਬ੍ਰਾਹਮਣਾਂ ਦੇ ਵਿੱਚ, ਉਹਨਾਂ ਪੰਡਿਤਾਂ ਦੇ ਵਿੱਚ ਬੈਠੇ ਸ਼ੋਭਾ ਪਾਉਂਦੇ ਨੇ। ਉਹਨਾਂ ਦੀ ਸ਼ੋਭਾ ਬਾਕੀਆਂ ਦੇ ਨਾਲੋਂ ਵੱਖਰੀ ਹੀ ਹੈ। ਸ਼ਤਰਨ ਰੀਤ ਜੋ ਹੁਤੀ ਪੁਰਾਤਨ ਸੋ ਕੀਨੀ ਦਿਜਵਰ ਸਭ ਭਾਂਤਨ। ਕਹਿੰਦੇ ਜਿਹੜੀ ਛਤਰੀਆਂ ਦੀ ਰੀਤ ਸੀ ਨਾ, ਉਸ ਦੇ ਮੁਤਾਬਕ ਜਿਹੜੀ ਪੁਰਾਤਨ ਰੀਤੀ ਚੱਲੀ ਆਂਦੀ, ਪੁਰਾਤਨ ਉਹਨਾਂ ਦੀ ਮਰਿਆਦਾ ਚੱਲੀ ਆਂਦੀ, ਸੋ ਕੀਨੀ ਦਿਜਵਰ ਸਭ ਭਾਂਤਨ। ਪੰਡਿਤ ਨੇ, ਦਿਜਵਤ ਦਾ ਭਾਵ ਹੈ ਪੰਡਿਤ। ਪੰਡਿਤ ਹਰਦਿਆਲ ਜੀ ਨੇ ਉਹ ਸਾਰੀ ਉਸੇ ਤਰੀਕੇ ਦੇ ਨਾਲ, ਉਹ ਸਾਰੀ ਪੁਰਾਤਨ ਰੀਤੀ ਦੇ ਅਨੁਸਾਰ, ਪੁਰਾਤਨ ਰਸਮਾਂ ਦੇ ਅਨੁਸਾਰ ਉਹ ਸਾਰਾ ਕਾਰਜ ਜਿਹੜਾ ਕਰਨਾ ਸੀ ਆਰੰਭ ਕੀਤਾ। ਕੁਲ ਆਚਾਰ ਸਿਖਾਵਨ ਲਾਗਾ ਪੁਨ ਪਾਵਨ ਜੰਜੋ ਅਨਰਾਗਾ। ਤੇ ਫਿਰ ਜਿਹੜਾ ਉਹਨਾਂ ਦੇ ਜਨੇਊ ਪਹਿਨਣ ਦੀ ਰਸਮ ਸੀ ਨਾ, ਉਹ ਸਾਰੀ ਦੀ ਸਾਰੀ ਰਸਮ ਜਿਹੜੀ ਸੀ ਉਹ ਸਾਰੀ ਉਸ ਨੇ ਪੰਡਿਤ ਹਰਦਿਆਲ ਜੀ ਨੇ ਆਰੰਭ ਕੀਤੀ। ਉਹ ਸਾਰਾ ਕੁਝ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੁਣ ਆਪਣੀਆਂ ਅੱਖਾਂ ਦੇ ਨਾਲ, ਧਿਆਨ ਦੇ ਨਾਲ, ਪੂਰਾ ਧਿਆਨ ਲਗਾ ਕੇ ਦੇਖਦੇ ਨੇ ਵੀ ਇਹ ਪੰਡਿਤ ਹੁਣ ਕਰਦੇ ਕੀ ਨੇ। ਜਗਤ ਵਿਮੋਚਨ ਲੋਚਨ ਚਾਰੂ
चितवन कीनी मोख उधारू। ते कहते जिहड़े जगत के दुखों का नाश करने वाले धन गुरु नानक साहब जी महाराज जी ने ना, उन्होंने अपने सोहने नेत्रां दे नाल सारा कुछ तक्या है। जो कुछ भी उत्थे वापर रहा है, चितवन कीनी मोख उधारू, ते सारा कुछ तकना करते ने। ते फिर हुण पंडित हरदयाल दे नाल विचार चर्चा का प्रसंग हुण शुरू होने वाला है। बूझत पेद विच मोहे सुनावो, किस कारण ते जंजू पावो। हुण गुरु नानक साहब जी महाराज हजे उम्र दे विच बचपना चल रहा, ते पंडित हरदयाल गुरु नानक साहब जी महाराज जी नूं जनेऊ पहनाउण दे वास्ते उस नूं बुलाया गया मेहता कालू जी वल्लों। ये सारा कुछ जदों देखिया, आप जी दे नाल पहलां भी बेनती की है कि मेहता कालू जी मौके दे पटवारी ने, ते पटवारी होण दे नाल नाल राय बुलार दे प्यारे भी ने। राय बुलार उन्हां दा चंगा आदर सत्कार करदा, हो सकदा भी उस थां दे उत्ते राय बुलार भी होवे। होर भी जिन्ने भी मंत्री संतरी सन सारे उत्थे मेहता कालू जी दे सੱਦੇ उत्ते पहुंचे होणगे। नाल ही नाल जिहड़े मौके दे धार्मिक आगू ने, हुण जिन्हां ने गुरु नानक साहब जी महाराज जी नूं सिੱਖਿਆ दित्ती, उन्होंने तो गुरु नानक साहब जी महाराज जी के सुभाव के बाबत चंगी तरह जानते हैं। पांधा भी चंगी तरह जाणू हो गया, तो मौलवी भी सारा कुछ पातशाह जी के कोलों वचन सुन के निहाल होया है। तो हुण वारी आई पंडित हरदयाल की। पंडित हरदयाल पहला जो गुरु नानक साहब जी महाराज जी के जन्म के समय देखता है ना, वो अपनी ज्योतिष विद्या के अनुसार गिणती मिणती करता है, तो सारा कुछ घरदिਆਂ ਨੂੰ ਧਰਵਾਸ दे के जाता कि तुहाडा पुत्र की जय जयकार होवेगी, तुहाडे पुत्र की जुगां जुगां दे विच शोभा होवेगी। जदों देखते नहीं, वो भी प्रसंग असीं सरवण कीता जदों गुरु नानक साहब जी महाराज घर दे विच वस्तुआं लैके जाते हैं, जिथे लोड़वंद देखते हैं उत्थे वस्तुआं छड्ड के आ जाते हैं। तो फिर मेहता कालू जी इसे पंडित हरदयाल दे घर दे विच जाके उलांभा दिंदे ने भी तूं तां आखदा सी कि इस दे सिर दे उत्ते छतर झुलणगे ते इस दे काम देख ला, भी मेरे घर दे विचों जिहड़े मैं धन दौलत दे नाल मिहनत करके जो समान इकट्ठा कीता सी, ये तां वो भी बाहर जाके सुट आ गया। हुण पंडित हरदयाल दी वारी आई। पंडित हरदयाल ने पूरे तरीके दे नाल चौंक पूरिया, वो सारी रस्म निभाई, गुरु नानक साहब जी महाराज जी नूं विचकार बिठाया। हुण आम तौर दे उत्ते जदों सारे विद्वान इकट्ठे होण ना, जदों किसी एक विद्वान नूं कोई सवाल कर दवे तां हत्थां पैरां दी पै जांदी। ते हुण 11 साल की उम्र दे विच जदों गुरु नानक साहब जी महाराज जी ने भरी सभा दे विच नगर दे लोग इकट्ठे ने, सारे रिश्तेदार इकट्ठे ने, पूरी धार्मिक विरती वाले भी लोग इकट्ठे होए ने। जदों गुरु नानक साहब जी महाराज जी ने पंडित हरदयाल दा गुੱਟ फड़िया होवेगा तां पंडित हरदयाल दे उत्ते की बीती होवेगी। जदों पंडित हरदयाल नूं गुरु नानक साहब जी महाराज जी ने यह सवाल किया भी पंडित हरदयाल जी मैनूं ये तां दसो भी तुसीं जो कुछ कर रहे हो, जनेऊ पहनाण लगे हो, इस दे नाल हुंदा की है, की कारण है जिस दे कारण तुसीं मैनूं जनेऊ पहनाना चाहुंदे हो। ते जदों हुण पंडित हरदयाल ने सारा कुछ देखिया तां उसनूं हत्थां पैरां दी पै गई भी अज तक किसी ने मैनूं सवाल नहीं कीता, किन्ने तो समय ते मैं ये कारज करदा आ रहा हाँ, किसी ने मैनूं पुछण दा यतन नहीं कीता भी जनेऊ क्यों पहनाया जांदा। हुण पंडित हरदयाल ये सुन के सारा कुछ पातशाह जी आखदे ने कि बूझत भेद विच मोहे सुनावो, किस कारण ते जंजू पावो, कि हे दिजवर, हे पंडित, हे ब्राह्मण, मैनू तुसीं ये समझाओ भी किस कारण दे लई ये जंजू पहनाया जाता है। कौन अधिकता जाके पाए, किस पद भी ए देत पुचाए। ते कहते केस वडियाई की खातर ये जनेऊ पहनाया जाता। जनेऊ पहनण दे नाल, जंजू धारण करन दे नाल मनुख किस पदवी तक पहुँच जाता, किस अवस्था तक पहुँच जाता, ये सारी की सारी जिहड़ी वार्ता है गुरु नानक साहब जी महाराज पंडित हरदयाल नूं सवाल करते हैं। तो मैनू ये समझाउणा करो जनेऊ पहनण दे नाल मनुख दे जीवन दे विच आत्मक तौर दे उत्ते की तब्दीली आउंदी है। पहरे बिना नूनता जो दिजबर मोह समझाओ सो। ते कहंदे हे दिजबर, हे पंडित, इसनूं ना पहनण दे नाल की हुंदा मैनू ये भी समझाओ भी जेकर मैं जनेऊ पाण तो इनकार कर दवां तां इस दे नाल की होवेगा, ये सारा कुछ मैनू समझाउणा करो। सुन हरदयाल चौंप चित चमकी,
इच्छा करत मोह भ्रम कम की। ਹੁਣ ਜਦੋਂ ਪੰਡਿਤ ਹਰਦਿਆਲ ਨੇ ਭਰੀ ਸਭਾ ਦੇ ਵਿੱਚ ਦੇਖਿਆ ਕਿ ਇੱਕ ਬੱਚਾ ਮੈਨੂੰ ਸਵਾਲ ਕਰ ਰਿਹਾ, ਆਮ ਤੌਰ ਦੇ ਉੱਤੇ ਹੁਣ ਜੇ ਦੇਖਿਆ ਜਾਵੇ ਉਹਦੀ ਵਿਦਵਤਾ ਦਾ ਵੀ ਇਮਤਿਹਾਨ ਆ ਗਿਆ। ਜਿਹੜੇ ਸਾਰੇ ਉਸ ਦੀ ਆਓ ਭਗਤ ਕਰਦੇ ਸੀ ਨਾ, ਹੁਣ ਉਹਨੂੰ ਵੀ ਆਪਣੇ ਹੱਥਾਂ ਪੈਰਾਂ ਦੀ ਪੈ ਗਈ ਵੀ ਜਿਹੜੀ ਮੇਰੀ ਇੱਜ਼ਤ ਬਣੀ ਹੈ ਕਿਤੇ ਮੇਰੀ ਇੱਜ਼ਤ ਮਿੱਟੀ ਦੇ ਵਿੱਚ ਨਾ ਰੁਲ ਜਾਵੇ। ਤੇ ਉਹ ਵੀ ਹੁਣ ਆਪਣੇ ਵੱਲੋਂ ਪੂਰਾ ਯਤਨ ਕਰ ਰਿਹਾ ਵੀ ਮੈਂ ਇਸ ਬਾਲਕ ਨੂੰ ਜਿਹੜੇ ਇਸ ਦੇ ਪ੍ਰਸ਼ਨ ਨੇ, ਜਿਹੜੇ ਇਸ ਦੇ ਸਵਾਲ ਨੇ, ਉਹਦਾ ਚੰਗੀ ਤਰ੍ਹਾਂ ਉੱਤਰ ਦੇਵਾਂ ਤੇ ਇਸ ਬਾਲਕ ਨੂੰ ਨਿਰ ਉੱਤਰ ਕਰਕੇ ਤੋਰਾਂ। ਤੇ ਪੰਡਿਤ ਹਰਦਿਆਲ ਜੀ ਕਹਿੰਦੇ, ਸੁਨ ਹਰਦਿਆਲ ਚੌਪ ਚਿਤ ਚਮਕੀ, ਇੱਛਾ ਕਰਤ ਮੋਹੇ ਭ੍ਰਮ ਕਮ ਕੀ। ਤੇ ਪੰਡਿਤ ਹਰਦਿਆਲ ਉਹਨਾਂ ਦੀ ਹੁਣ ਉੱਤਰਾਂ ਦੀ ਨਿਵਰਤੀ ਕਰਨ ਦੇ ਵਾਸਤੇ ਪੰਡਿਤ ਹਰਦਿਆਲ ਜੀ ਆਖਦੇ ਨੇ, ਪੂਰਬ ਆਸ ਸੁਣਨ ਉਪਦੇਸ਼ੂ, ਬਣੀ ਸੋ ਬਿਦ ਆਪ ਮਿਟੇ ਕਲੇਸ਼ੂ। ਤੇ ਹੁਣ ਪੰਡਿਤ ਹਰਦਿਆਲ ਵੀ ਟਾਲ ਮਟੋਲ ਜਿਹਾ ਕਰਦਾ ਆਖਦਾ ਵੀ ਕਹਿੰਦਾ ਵੀ ਇਹ ਤਾਂ ਪੁਰਾਣੇ ਸਮੇਂ ਤੋਂ ਰੀਤ ਚੱਲੀ ਆ ਰਹੀ ਤੇ ਉਸ ਦੇ ਮੁਤਾਬਕ ਇਹ ਜਨੇਊ ਪਹਿਨਣ ਦੀ ਰਸਮ ਅਦਾ ਕਰਨ ਲੱਗੇ ਆ। ਪੂਰਬ ਦਾ ਭਾਵ ਹੁੰਦਾ ਪਿਛਲੇ ਸਮੇਂ ਤੋਂ, ਪਿਛਲੇ ਸਮੇਂ ਤੋਂ ਇਹੀ ਕੁਝ ਚੱਲਦਾ ਆ ਰਿਹਾ ਹੈ ਤੇ ਇਸੇ ਕਰਕੇ ਤੁਹਾਨੂੰ ਵੀ ਇਹ ਜਨੇਊ ਪਹਿਨਣ ਦੀ ਜਿਹੜੀ ਰਸਮ ਹੈ ਉਹ ਅਦਾ ਕਰਨ ਲੱਗੇ ਆ। ਬਣੀ ਸੋ ਬਿਦ ਅਬ ਮਿਟੇ ਕਲੇਸ਼ੂ, ਕਿ ਇਹ ਵਿਧੀ ਬਣੀ ਹੈ ਕਿ ਜਿਹੜਾ ਵੀ ਜਨੇਊ ਨੂੰ ਧਾਰਨ ਕਰਦਾ ਹੈ ਤਾਂ ਉਸ ਦੇ ਜੀਵਨ ਦੇ ਵਿੱਚੋਂ ਜਿਹੜੇ ਕਲੇਸ਼ ਨੇ ਉਹ ਕਲੇਸ਼ਾਂ ਦਾ ਨਿਪਟਾਰਾ ਹੋ ਜਾਂਦਾ। ਇਹ ਸਾਰਾ ਕੁਝ ਹੁਣ ਪੰਡਿਤ ਹਰਦਿਆਲ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਉੱਥੇ ਉਹਨਾਂ ਦੇ ਜਿਹੜੇ ਪ੍ਰਸ਼ਨ ਨੇ ਉਹਨਾਂ ਦਾ ਉੱਤਰ ਦੇ ਰਿਹਾ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਗੁਰੂ ਕਿਰਪਾ ਕਰੇ ਰਹਿੰਦੇ ਪ੍ਰਸੰਗ ਦੀ ਵਿਚਾਰ ਅਸੀਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਕਰਾਂਗੇ ਕਿ ਹੋਰ ਕੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪੰਡਿਤ ਹਰਦਿਆਲ ਨੂੰ ਸਵਾਲ ਕਰਦੇ ਨੇ ਤੇ ਪੰਡਿਤ ਹਰਦਿਆਲ ਉਹਨਾਂ ਦੇ ਸਵਾਲਾਂ ਦਾ ਜਵਾਬ ਦੇ ਸਕਦਾ ਹੈ ਜਾਂ ਕਿਸ ਤਰ੍ਹਾਂ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੰਦਾ ਹੈ। ਬਾਕੀ ਦਾ ਪ੍ਰਸੰਗ ਅਸੀਂ ਰਹਿੰਦੇ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਵਿਚਾਰਾ ਕਰਦੇ ਭੁੱਲਾ ਚੁੱਕਾ ਹੋ ਜਾਣੀਆਂ ਸੁਭਾਵਿਕ ਨੇ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ। ਬਖਸ਼ਦੇ ਹੋਏ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।